D4 देख रहे तमाम दोस्तों को दीपक भंडारी का नमस्कार। हमारे विशेष कार्यक्रम आपकी सेहत में आपका स्वागत है। आज हम बात करेंगे पित्ते की पथरी को लेकर। आखिरकार पित्ते की पथरी क्यों बनती है, इसके कारण क्या है और इसका इलाज क्या है। और हमारे विशेष मेहमान हैं, हमारे साथ हैं डॉक्टर आशु बनाल हैं। ये लेप्रोस्कोपिक सर्जन हैं, EMC सुपर स्पेशलिटी हॉस्पिटल में अपनी सेवाएं दे रहे हैं। नमस्कार डॉक्टर साहब, पहले तो D4 न्यूज़ चैनल में आपका स्वागत है जी। नमस्कार जी। डॉक्टर, मेरा पहला सवाल है कि लेप्रोस्कोपी और जनरल सर्जरी च फर्क की है। हाँ जी, देखिए दो तरह की सर्जरीज होंगी है। एक तो ਲੈਪਰੋਸਕੋਪਿਕ सर्जरी होंगी है, दूसरी ओपन सर्जरीज होंगी है। ओपन सर्जरी ਨੂੰ ਸਭ ਤੋਂ ਪਹਿਲਾਂ ਅਸੀਂ ਐਕਸਪਲੇਨ ਕਰਦੇ ਹਾਂ। ओपन सर्जरीज ਦੇ ਵਿੱਚ ਬਹੁਤ ਵੱਡਾ ਕੱਟ ਹੁੰਦਾ ਪਹਿਲੀ ਗੱਲ, ਜਿਹਦੇ ਕਿ ਬਹੁਤ ਜ਼ਿਆਦਾ ਆਣ ਹੁਣ ਐਡਵਾਂਸ ਜ਼ਮਾਨਾ ਹੈ ਜਿਹਦੇ 'ਚ ਅਸੀਂ ਦੇਖਿਆ ਗਿਆ ਕਿ ਜਿੰਨਾ ਵੱਡਾ ਕੱਟ ਹੋਏਗਾ ਉਨਾ ਜ਼ਿਆਦਾ ਹਸਪੀਟਲ ਦੇ ਵਿੱਚ ਸਟੇ ਰਹਿੰਦਾ ਪੇਸ਼ੈਂਟ ਦਾ, ਉਨੀ ਕੰਪਲਿਕੇਸ਼ਨ ਵਧਦਾ ਹੈ। ਯੈਸ, ਉਨੀ ਜ਼ਿਆਦਾ ਪੇਸ਼ੈਂਟ ਨੂੰ ਪੇਨ ਹੋਏਗੀ ਜੀ, ਤੇ ਉਨੀ ਜ਼ਿਆਦਾ ਪੇਸ਼ੈਂਟ ਦਾ ਮੈਡੀਸਿਨਸ ਲੱਗਣਗੀਆਂ। ਤੇ ਇਸ ਚੀਜ਼ ਨੂੰ ਕਵਰ ਕਰਦੇ ਹੋਏ ਅੱਜ ਦੇ ਐਡਵਾਂਸ ਜ਼ਮਾਨੇ 'ਚ ਇੱਕ ਨਵੀਂ ਟੈਕਨੀਕ ਡਿਵੈਲਪ ਹੋਈ ਹੈ ਜਿਹਨੂੰ ਇਹ ਲੈਪਰੋਸਕੋਪੀ ਕਹਿੰਦੇ ਆ, ਦੂਰਬੀਨ ਦੀ ਸਰਜਰੀ ਜੀ, ਜਿਹਦੇ ਵਿੱਚ ਅਸੀਂ ਸਰਜਰੀਜ਼ ਕਰਦੇ ਹਾਂ ਥਰੂ ਕੀ ਹੋਲਸ। ਛੋਟੇ ਛੋਟੇ ਕੱਟ ਹੁੰਦੇ ਆ, ਛੋਟੇ ਛੋਟੇ ਛੇਦ ਹੁੰਦੇ ਆ, ਜਿਹਦੇ ਵਿੱਚੋਂ ਸਰਜਰੀ ਹੋ ਜਾਂਦੀ ਹੈ। ਅੱਜ ਦੀ ਡੇਟ ਵਿੱਚ ਛੋਟਾ ਕੱਟ ਹੋਏਗਾ ਤੇ ਛੋਟਾ ਹਸਪੀਟਲ ਸਟੇ ਹੋਏਗਾ, ਪੇਨ ਘੱਟ ਹੋਏਗੀ। ਇਸ ਕਰਕੇ ਇਹਨੂੰ ਕਾਫੀ ਸਾਰੀ ਸਰਜਰੀਜ਼ ਨੂੰ ਅੱਜ ਕੱਲ੍ਹ ਅਸੀਂ ਲੈਪਰੋਸਕੋਪੀ ਨਾਲ ਪਰਫਾਰਮ ਕਰਨਾ ਸ਼ੁਰੂ ਕਰਤਾ। ਤਾਂ ਡਾਕਟਰ ਸਾਹਿਬ, ਜੇ ਅਸੀਂ ਗੱਲ ਕਰੀਏ ਕਿ ਲੈਪਰੋਸਕੋਪੀ ਸਰਜਰੀ ਜਿਹੜੀ ਹੈ ਉਹ ਤੁਸੀਂ ਕਿਹੜੇ ਪ੍ਰੋਸੀਜਰ ਉਹਦੇ 'ਚ ਜਿਹੜੀ ਹੈ ਬਹੁਤ ਜਿਹੜੀ ਇਹ ਕਾਰਗਰ ਹੈ, ਸਪੈਸੀਫਿਕ ਕੋਈ ਪ੍ਰੋਸੀਜਰ ਹੋਵੇ ਵੀ ਇਹਦੇ 'ਚ ਇਹ ਕਾਰਗਰ ਜ਼ਿਆਦਾ ਹੈ? ਹਾਂਜੀ, ਦੇਖੀਏ ਬਹੁਤ ਸਾਰੀ ਸਰਜਰੀਜ਼ ਅੱਜ ਦੀ ਡੇਟ ਦੇ ਵਿੱਚ ਦੂਰਬੀਨ ਨਾਲ ਜਾਂ ਲੈਪਰੋਸਕੋਪੀ ਨਾਲ ਹੋ ਰਹੀਆਂ ਨੇ, ਬਟ ਸਭ ਤੋਂ ਜ਼ਿਆਦਾ ਪੁਰਾਣੀ ਜਿਹਨੂੰ ਕਹਿ ਰਹੇ ਹਾਂ ਕਿ ਜਿਸ 'ਚ ਲੋਕਾਂ ਦਾ ਸਭ ਤੋਂ ਜ਼ਿਆਦਾ ਐਕਸਪੀਰੀਅੰਸ ਹੈ ਉਹ ਹੈ ਗਾਲ ਬਲੈਡਰ ਦੀ ਸਰਜਰੀ। ਕਿਉਂਕਿ ਅੱਜ ਤੋਂ 30 ਸਾਲ ਪਹਿਲਾਂ ਇਹ ਸ਼ੁਰੂ ਹੋਈ ਸੀ। ਆਲਮੋਸਟ 30 ਈਅਰ ਦਾ ਡਾਕਟਰਸ ਕੋਲ ਐਕਸਪੀਰੀਅੰਸ ਹੈ ਇਹ ਸਰਜਰੀ ਨੂੰ ਪਰਫਾਰਮ ਕਰਨ ਦੀ। ਅਤੇ ਇਸੇ ਲਈ ਮਲਟੀਪਲ ਸਰਜਰੀਜ਼ ਨੇ, ਜਿੱਦਾਂ ਕਿ ਅਪੈਂਡਿਕਸ ਦੀ ਸਰਜਰੀ ਹੋ ਗਈ, ਹਰਨੀਆ ਦੀ ਸਰਜਰੀ ਹੋ ਗਈ, ਜਾਂ ਪਿੱਤੇ ਦੀ ਸਰਜਰੀ ਹੋ ਗਈ। ਇਹ ਸਾਰੀਆਂ ਦੂਰਬੀਨ ਨਾਲ ਸਰਜਰੀਜ਼ ਹੁੰਦੀਆਂ। ਅਤੇ ਇਸ ਵਿੱਚ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਐਡਵਾਂਸਡ ਅਤੇ ਮੋਰ ਐਕਸਪੀਰੀਅੰਸ, ਸਭ ਤੋਂ ਜ਼ਿਆਦਾ ਐਕਸਪੀਰੀਅੰਸ ਸਰਜਰੀ ਗਾਲ ਬਲੈਡਰ ਦੀ ਹੁੰਦੀ ਹੈ। ਅੱਛਾ, ਗਾਲ ਬਲੈਡਰ 'ਚ ਕਿਹਾ ਜਾਏ ਤਾਂ ਲੈਪਰੋਸਕੋਪੀ ਜਿਹੜੀ ਹੈ ਉਹ ਜ਼ਿਆਦਾ ਕਾਰਗਰ ਹੈ। ਅੱਛਾ, ਇਹ ਜਿਵੇਂ ਤੁਸੀਂ ਵੀ ਦੱਸਿਆ ਕਿ ਜਿਹੜੀ ਹੈ ਗਾਲ ਬਲੈਡਰ 'ਚ ਸਟੋਨ, ਪਿੱਤੇ ਦੇ ਜਿਹੜੀ ਪੱਥਰੀਆਂ, ਇਹ ਬਹੁਤ ਜਿਹੜੀ ਕਾਮਨ ਬਿਮਾਰੀ ਹੈ। ਇਹਦੇ ਪਹਿਲਾਂ ਦਾ ਸਵਾਲ ਵੀ ਇਹਦੇ ਕਾਰਨ ਕੀ ਹੈ? ਦੇਖੀਏ, ਇਹ ਬਹੁਤ ਸਾਰੇ ਲੋਕਾਂ ਵਿੱਚ ਸਟੋਨਸ ਬਣ ਸਕਦੇ ਨੇ, ਕਿਉਂਕਿ ਨੋਰਮਲੀ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਜਨਰਲੀ 7 ਤੋਂ 10% ਲੋਕਾਂ ਵਿੱਚ ਇਹ ਨੋਰਮਲੀ ਹੁੰਦੇ ਹੈ, ਪਰ ਸਿੰਪਟੋਮੈਟਿਕ ਬਹੁਤ 1 ਤੋਂ 2% ਪੇਸ਼ੈਂਟਸ ਵਿੱਚ ਹੀ ਹੁੰਦੇ ਹੈ। ਅੱਛਾ, ਲੋਕਾਂ ਨੂੰ ਮਤਲਬ ਸਿੰਪਟਮਸ ਨਹੀਂ ਆਉਂਦੇ, ਇਹ ਸਾਇਲੈਂਟ ਡਿਜ਼ੀਜ਼ ਪਈ ਰਹਿੰਦੀ, ਸਾਇਲੈਂਟ ਵੀ ਹੋ ਸਕਦੇ ਹੈ ਅਤੇ ਕਈਆਂ ਨੂੰ ਸਿੰਪਟਮਸ ਆਉਂਦੇ ਆ। ਅੱਛਾ ਡਾਕਟਰ ਸਾਹਿਬ, ਇਹ ਮਤਲਬ ਫਿਰ ਜਦੋਂ ਸਾਇਲੈਂਟ ਪਏ ਰਹਿੰਦੇ ਤੇ ਮਰੀਜ਼ ਨੂੰ ਪਤਾ ਕਿਵੇਂ ਲੱਗਦਾ ਹੈ ਇਹ ਪਿੱਤੇ 'ਚ ਪੱਥਰੀ ਹੈ? ਦੋ ਤਰੀਕੇ ਨਾਲ ਪਤਾ ਲੱਗ ਸਕਦਾ ਹੈ ਜੀ। ਜਿਵੇਂ ਜਾਂ ਤਾਂ ਉਹ ਹਸਪੀਟਲ ਜਾਂਦੇ ਨੇ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਵਾਉਣ ਲਈ, ਓਕੇ, ਅਤੇ ਜਾਂ ਉਹਨਾਂ ਨੂੰ ਅਲਟਰਾਸਾਊਂਡ ਜਾਂ ਡਾਕਟਰ ਕੋਈ ਹੋਰ ਇਨਵੈਸਟੀਗੇਸ਼ਨ ਪ੍ਰਸਕ੍ਰਾਈਬ ਕਰਦੇ ਨੇ ਅਤੇ ਅਲਟਰਾਸਾਊਂਡ ਕਰਵਾਉਂਦੇ ਨੇ ਅਤੇ ਉਹਨਾਂ ਦੇ ਵਿੱਚ ਪਿੱਤੇ ਦੀ ਪੱਥਰੀ ਡਾਇਗਨੋਸ ਹੋ ਜਾਂਦੀ ਹੈ। ਇੱਕ ਤਾਂ ਇਹ ਤਰੀਕਾ ਸਾਨੂੰ ਪਤਾ ਲੱਗ ਜਾਂਦਾ। ਦੂਸਰਾ ਤਰੀਕਾ ਇਹ ਹੈ ਕਿ ਪੇਸ਼ੈਂਟ ਨੂੰ ਇਹਦੇ ਸਿੰਪਟਮਸ ਆਉਣੇ ਸ਼ੁਰੂ ਹੋ ਜਾਂਦੇ ਹੈ ਕਿ ਪੇਸ਼ੈਂਟ ਕੰਪਲੇਂਟ ਕਰਦਾ ਹੈ ਕਿ ਮੇਰੇ ਤੋਂ ਰੋਟੀ ਨਹੀਂ ਪਚਦੀ ਜੀ, ਮੈਨੂੰ ਹੈਵੀ ਖਾਣਾ ਖਾਣ ਤੋਂ ਬਾਅਦ ਹੈਵੀਨੈਸ ਹੁੰਦੀ ਹੈ, ਫੈਟੀ ਖਾਣਾ ਖਾਣ ਤੋਂ ਬਾਅਦ ਹੈਵੀਨੈਸ ਹੁੰਦੀ ਹੈ, ਇਸ ਕਰਕੇ ਗੈਸ ਬਣਦੀ ਹੈ, ਜਿਹਦੇ ਕਰਕੇ ਜਾਂ ਕਈ ਵਾਰ ਪੇਸ਼ੈਂਟ ਇਹ ਵੀ ਕੰਪਲੇਂਟ ਕਰਦਾ ਹੈ ਕਿ ਮੈਂ ਜਦੋਂ ਵੀ ਖਾਣਾ ਖਾਣਾ ਉਸ ਤੋਂ ਬਾਅਦ ਮੈਨੂੰ ਪੇਟ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਮਲਟੀਪਲ ਐਪੀਸੋਡਸ ਆਉਂਦੇ ਆ ਪੇਨ ਦੇ। ਇਹ ਸਾਰੇ ਕਾਰਨ, ਇਹ ਸਾਰੇ ਲੱਛਣ ਦੇ ਇੱਕੋ ਹੀ ਸੰਕੇਤ ਦਿੰਦੇ ਨੇ ਕਿ ਗਾਲ ਬਲੈਡਰ 'ਚ ਸਟੋਨ ਹੋ ਸਕਦੇ ਨੇ। ਮਤਲਬ ਡਾਕਟਰ ਸਾਹਿਬ ਦੇਖੋ, ਇੱਕ ਤਾਂ ਤੁਸੀਂ ਦੋ ਚੀਜ਼ਾਂ ਕੀਤੀਆਂ ਜੀ। ਇੱਕ ਤਾਂ ਤੁਸੀਂ ਦੱਸਿਆ ਉਹ ਲੋਕ ਹੈ ਜਿਨ੍ਹਾਂ ਨੂੰ ਸਿੰਪਟਮਸ ਆ ਜਾਂਦੇ ਹੈ, ਚਾਹੇ ਉਹ ਪੇਟ 'ਚ ਦਰਦ, ਖਾਣਾ ਨਾ ਪਚਣਾ। ਇੱਕ ਉਹ ਪੇਸ਼ੈਂਟ ਦੱਸੇ ਤੁਸੀਂ ਜਿਨ੍ਹਾਂ 'ਚ ਸਿੰਪਟਮਸ ਨਹੀਂ ਆਉਂਦੇ, ਇਹ ਸਾਇਲੈਂਟ ਪਏ ਰਹਿੰਦੇ ਆ। ਅਤੇ ਜਦੋਂ ਸਾਇਲੈਂਟ ਪਏ ਰਹਿੰਦੇ ਆ ਤਾਂ ਕਿਆ ਕੋਈ ਇੱਕ ਪੱਥਰੀ ਪਿੱਤੇ ਨੂੰ ਖਰਾਬ ਵੀ ਕਰ ਸਕਦੀ, ਜਾਂ ਇਹਦਾ ਸਮੇਂ ਸਿਰ ਜਦੋਂ ਆਪਾਂ ਟਰੀਟਮੈਂਟ ਨਹੀਂ ਕਰਾਉਂਦੇ ਤਾਂ ਇਹ ਹੋਰ ਵੀ ਕਿਆ ਇਹ ਜਾਨਲੇਵਾ ਵੀ ਹੋ ਸਕਦੀ ਹੈ? ਬਿਲਕੁਲ ਜੀ, ਬਹੁਤ ਵਧੀਆ ਕੁਐਸਚਨ ਜੀ। ਇਹਦੇ 'ਚ ਦੇਖੀਏ, ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਪਿੱਤੇ 'ਚ ਇੱਕ ਪੱਥਰੀ ਹੈ ਜਾਂ ਬਹੁਤ ਸਾਰੀਆਂ ਪੱਥਰੀਆਂ ਨੇ। ਉਹ ਸਾਨੂੰ ਜਦੋਂ ਅਸੀਂ ਇਨਵੈਸਟੀਗੇਟ ਕਰਦੇ ਹਾਂ ਉਦੋਂ ਪਤਾ ਚੱਲਦਾ ਹੈ ਕਿ ਜਾਂ ਸਿੰਗਲ ਸਟੋਨ ਹੈ ਜਾਂ ਮਲਟੀਪਲ ਸਟੋਨ ਹੈ। ਦੋਨੋਂ ਹੀ ਪੱਥਰ ਜਾਂ ਸਿੰਗਲ ਜਾਂ ਮਲਟੀਪਲ ਦੋਨੋਂ ਹੀ ਖਤਰੇ ਦਾ
ਸੰਕੇਤ ਹੁੰਦੇ ਆ। ਦੋਨੋਂ ਹੀ ਆਪਣੇ ਆਪ ਦੇ ਵਿੱਚ ਖਤਰਾ ਪੈਦਾ ਕਰਦੇ ਨੇ। ਸਿੰਗਲ ਸਟੋਨ ਹੋਏਗਾ ਉਹ ਗੋਲ ਬਲੈਡਰ ਦੀ ਨੈਕ 'ਚ ਜਾ ਕੇ ਫਸ ਜਾਂਦਾ ਹੈ, ਜਿਹਦੇ ਨਾਲ ਪੇਨ ਹੁੰਦੀ ਹੈ ਤੇ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਹੁੰਦੀ ਇਹ ਚੀਜ਼। ਇਹ ਮਲਟੀਪਲ ਹੋਣਗੇ, ਛੋਟੇ ਛੋਟੇ ਹੋਣਗੇ ਤਾਂ ਉਹ ਗੋਲ ਬਲੈਡਰ 'ਚੋਂ ਨਿਕਲ ਕੇ ਅੱਗੇ ਪਿੱਤੇ ਦੀ ਨਲਕੀ 'ਚ ਚਲੇ ਜਾਂਦੇ ਆ ਜਾਂ ਥੱਲੇ ਪੈਨਕ੍ਰੀਆਸ ਦੇ ਵਿੱਚ ਜਾ ਕੇ ਫਸ ਜਾਂਦੇ ਆ, ਪੈਨਕ੍ਰੀਆਸ ਦੀ ਨਲਕੀ 'ਚ ਫਸ ਜਾਣਗੇ, ਪੈਂਕ੍ਰੀਆਟਾਈਟਿਸ ਕਰਦੇ ਆ। ਤਾਂ ਇਸ ਕਰਕੇ ਸਟੋਨ ਚਾਹੇ ਸਿੰਗਲ ਹੈ ਜਾਂ ਮਲਟੀਪਲ ਹੈ, ਸਟੋਨ ਪ੍ਰੋਬਲਮ ਹੀ ਕਰਦਾ ਹਮੇਸ਼ਾ। ਅੱਛਾ ਸਰ, ਜਿਵੇਂ ਤੁਸੀਂ ਉਹਨੇ ਗੱਲ ਕੀਤੀ ਪੈਂਕ੍ਰੀਆਟਾਈਟਿਸ ਹੋ ਜਾਂਦਾ, ਮੈਂ ਚਾਹਾਂਗਾ ਥੋੜ੍ਹਾ ਜਿਹਾ ਉਹਨੂੰ ਐਕਸਪਲੇਨ ਇਸ ਕਰਕੇ ਕਰ ਦਿਓ, ਕਿਉਂਕਿ ਬਹੁਤ ਸਾਰੇ ਲੋਕ ਮਲਟੀਪਲ ਅੱਜ ਕੱਲ੍ਹ ਦੇਖੋ ਗੂਗਲ ਡਾਕਟਰ ਜਿਹੜਾ ਹੈ ਉਹ ਸਭ ਤੋਂ ਜਿਹੜਾ ਖਤਰਨਾਕ ਆ ਗਿਆ ਹੋਇਆ ਹੈ। ਲੋਕ ਇਹ ਸਮਝਦੇ ਵੀ ਇੱਕ ਪੱਥਰੀ ਹੈ, ਛੋਟੀ ਜਿਹੀ ਪੱਥਰੀ ਇਹਨੇ ਕੀ ਕਰਨਾ, ਬਟ ਇੱਕ ਪੱਥਰੀ ਵੀ, ਕਿਉਂਕਿ ਮੇਰੇ ਹੱਡ ਬੀਤੀ ਹੈ, ਮੇਰੇ ਪਰਿਵਾਰ 'ਚ ਸਰਵਾਇਆ ਸੀਗਾ, ਇੱਕ ਪੱਥਰੀ ਨਹੀਂ ਪੈਂਕ੍ਰੀਆਟਾਈਟਿਸ ਕਰਤਾ ਸੀ, ਜਿਹੜਾ ਟ੍ਰੀਟਮੈਂਟ ਇੱਕ ਦਿਨ 'ਚ ਹੋ ਸਕਦਾ ਸੀ, ਬਾਅਦ 'ਚ ਸਾਨੂੰ 15 ਦਿਨ ਲੱਗ ਗਏ ਸੀ ਤੇ ਜਾਨ 'ਤੇ ਬਣ ਗਈ ਸੀ। ਦੇਖिए बीमारी चाहे छोटी होवे, इलाज ਉਹਦਾ ਕਰਵਾਉਣਾ ਹੀ ਚਾਹੀਦਾ, ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਇਹ ਬਹੁਤ ਵੱਡੀ ਲੋਕਾਂ 'ਚ ਗਲਤਫਹਿਮੀ ਹੈ ਕਿ ਛੋਟਾ ਸਟੋਨ ਹੈ ਜਾਂ ਸਿੰਗਲ ਸਟੋਨ ਹੈ ਇਹ ਆਪਣੇ ਆਪ ਠੀਕ ਹੋ ਜਾਏਗਾ, ਦਵਾਈ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਠੀਕ ਹੋ ਜਾਏਗਾ, ਪਰ ਇਸ ਚੀਜ਼ ਦਾ ਮੈਡੀਕਲ ਟ੍ਰੀਟਮੈਂਟ ਨਹੀਂ ਹੈ। ਇਹਦਾ ਸਿਰਫ ਇੱਕੋ ਹੀ ਟ੍ਰੀਟਮੈਂਟ ਹੈ, ਸਰਜਰੀ। ਇਸੇ ਲਈ ਇਹਨੂੰ ਟਾਈਮ ਨਾਲ ਇਹਦਾ ਟ੍ਰੀਟਮੈਂਟ ਲੈਣਾ ਬਹੁਤ ਜ਼ਰੂਰੀ ਹੈ, ਇਹਨੂੰ ਟਾਈਮ ਨਾਲ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ, ਚਾਹੇ ਸਿੰਗਲ ਸਟੋਨ ਹੈ ਜਾਂ ਮਲਟੀਪਲ ਸਟੋਨ ਹੈ। ਅੱਛਾ, ਜੇ ਪੈਂਕ੍ਰੀਆਟਾਈਟਿਸ ਦੀ ਗੱਲ ਕੀਤੀ ਸੀ ਕਿ ਪੈਂਕ੍ਰੀਆਟਾਈਟਿਸ ਇਹ ਕਰ ਸਕਦਾ ਤੇ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਜੇ ਆਪਾਂ ਕੰਪਲਿਕੇਸ਼ਨਸ ਦੀ ਹੁਣ ਗੱਲ ਕਰੀਏ ਤਾਂ ਇਹਦੇ 'ਚ ਕਾਫੀ ਸਾਰੀਆਂ ਕੰਪਲਿਕੇਸ਼ਨਸ ਆ ਸਕਦੀਆਂ ਨੇ, ਕਿ ਜਿਵੇਂ ਕਿ ਜਦੋਂ ਗੋਲ ਬਲੈਡਰ ਦੇ ਵਿੱਚ ਮੰਨ ਲਓ ਸਟੋਨ ਸਿੰਗਲ ਹੈ ਜਾਂ ਮਲਟੀਪਲ ਹੈ, ਮੰਨ ਲਓ ਮਲਟੀਪਲ ਸਟੋਨਸ ਹੈ, ਉਹ ਗੋਲ ਬਲੈਡਰ 'ਚੋਂ ਸਲਿੱਪ ਕਰਕੇ ਅੱਗੇ ਪਿੱਤੇ ਦੀ ਨਲਕੀ 'ਚ ਜਾ ਕੇ ਫਸ ਜਾਂਦੇ ਨੇ। ਉੱਥੇ ਪੇਸ਼ੈਂਟ ਨੂੰ ਜੌਂਡਿਸ ਵੀ ਹੋ ਸਕਦਾ ਹੈ, ਪੀਲੀਆ ਵੀ ਹੋ ਜਾਂਦਾ ਕਈ ਪੇਸ਼ੈਂਟਸ ਨੂੰ। ਫਿਰ ਉਹ ਜਦੋਂ ਹੋਰ ਅੱਗੇ ਜਾਂਦੇ ਨੇ ਨਲਕੀ 'ਚ ਥੱਲੇ ਪੈਨਕ੍ਰੀਆਸ ਦੀ ਨਲਕੀ 'ਚ ਜਾ ਕੇ ਫਸ ਜਾਂਦੇ ਨੇ, ਫਿਰ ਉਹਦੇ ਨਾਲ ਪੈਂਕ੍ਰੀਆਟਾਈਟਿਸ ਵੀ ਹੋ ਸਕਦਾ ਹੈ। ਤੋ ਇਹ ਸਾਰੀਆਂ ਕਾਫੀ ਕੰਪਲਿਕੇਸ਼ਨਸ ਨੇ ਜਿਹੜਾ ਕਿ ਟਾਈਮ ਨਾਲ ਅਗਰ ਮੈਨੇਜ ਹੋ ਜਾਣ ਤੇ ਇਹਨਾਂ ਸਾਰਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਡਾਕਟਰ ਸਾਹਿਬ, ਇਹਦੇ ਸਿੰਪਟਮਸ ਕੀ ਹੈ? ਮਰੀਜ਼ ਨੂੰ ਕਿਵੇਂ ਪਤਾ ਲੱਗੇਗਾ ਵੀ ਉਹਦੇ ਗਾਲ ਬਲੈਡਰ 'ਚ ਸਟੋਨ ਆ ਗਿਆ? ਦੇਖੀਏ, ਜੇ ਹੁਣ ਆਪਾਂ ਲੱਛਣ ਦੀ ਗੱਲ ਕਰੀਏ ਤੇ ਇਹਦੇ ਲੱਛਣ ਹੁੰਦੇ ਨੇ ਜੀ ਕਿ ਪੇਸ਼ੈਂਟ ਨੂੰ ਪੇਟ 'ਚ ਦਰਦ ਹੁੰਦੀ ਹੈ ਤੇ ਉੱਪਰਲੇ ਹਿੱਸੇ 'ਚ ਇੱਥੇ ਸੈਂਟਰ 'ਚ ਜਾਂ ਸੱਜੇ ਪਾਸੇ ਪਸਲੀਆਂ ਦੇ ਥੱਲੇ ਦਰਦ ਹੁੰਦੀ ਹੈ। ਬਾਰ-ਬਾਰ ਹੈਵੀ ਖਾਣਾ ਖਾਣ ਨਾਲ ਜਾਂ ਇਹ ਕਿਸੇ ਵੇਲੇ ਵੀ ਇਨਸੀਡੈਂਟਲ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਚਾਂਸ ਦੀ ਗੱਲ ਹੈ, ਪੇਨ ਕਿਸੇ ਵੇਲੇ ਵੀ ਹੋ ਸਕਦੀ ਹੈ, ਕਿਉਂਕਿ ਸਟੋਨ ਕਦੋਂ ਮੂਵ ਕਰਦਾ ਹੈ ਗੋਲ ਬਲੈਡਰ ਦੀ ਪਿੱਤੇ ਦੀ ਨੈਕ 'ਚ ਜਾ ਕੇ ਫਸ ਜਾਂਦਾ ਹੈ, ਨੋ ਵਨ ਨੋਜ਼। ਇਸੇ ਲਈ ਇਹਦੇ ਜਦੋਂ ਵੀ ਸਿੰਪਟਮਸ ਆਉਣਗੇ ਪੇਨ ਨਾਲ ਆਏਗਾ ਪੇਸ਼ੈਂਟ ਕਿ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ, ਜਾਂ ਕੁਝ ਪੇਸ਼ੈਂਟਸ ਹੁੰਦੇ ਆ ਉਹ ਕੰਪਲੇਨ ਕਰਦੇ ਆ ਕਿ ਸਾਨੂੰ ਗੈਸ ਬਣਦੀ ਜੀ ਖਾਣਾ ਖਾਣ ਤੋਂ ਬਾਅਦ। ਜਦੋਂ ਵੀ ਹੈਵੀ ਖਾਣਾ ਖਾਂਦੇ ਨੇ, ਫਰਾਈਡ ਫੂਡ ਖਾਂਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਸੈਲਫ ਮੈਡੀਕੇਸ਼ਨ ਜਿਹੜੀ ਹੈ ਉਹ ਕਿੰਨੀ ਖਤਰਨਾਕ ਹੈ? ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਗੂਗਲ, ਜਿਵੇਂ ਡਾਕਟਰ ਮੈਂ ਪਹਿਲੇ ਵੀ ਗੱਲ ਕੀਤੀ, ਉਹ ਆ ਗਿਆ ਹੈ, ਤੇ ਕਿੰਨੀ ਕੁ ਤੁਹਾਨੂੰ ਇਹਦੇ 'ਚ ਫੇਸ ਕਰਨਾ ਪੈਂਦਾ, ਪੇਸ਼ੈਂਟ ਨੂੰ ਸਮਝਾਉਣਾ ਕਿੰਨਾ ਕੁ ਮੁਸ਼ਕਲ ਹੋ ਗਿਆ? ਦੇਖिए ਅੱਜ ਕੱਲ੍ਹ ਜੋ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਪ੍ਰੈਕਟੀਕਲੀ ਇਲਾਜ ਕੁਝ ਹੋਰ ਹੈ ਜੀ, ਤੇ ਉਹ ਅਸੀਂ ਫੇਸ ਕਰਦੇ ਹਾਂ ਜਦੋਂ ਵੀ ਪੇਸ਼ੈਂਟਸ ਆਉਂਦੇ ਨੇ ਕਿ ਉਹ ਕਾਫੀ ਲੰਬੇ ਚਿਰ ਤੋਂ, ਕਿਉਂਕਿ ਜਿਹੜੇ ਪੇਸ਼ੈਂਟਸ ਨੂੰ ਗਾਲ ਬਲੈਡਰ ਸਟੋਨਸ ਹੁੰਦੇ ਨੇ ਉਹ ਕਾਫੀ ਲੰਬੇ ਚਿਰ ਤੋਂ ਹੁੰਦੇ ਨੇ। ਓਕੇ, ਉਹ ਲੰਬੇ ਚਿਰ ਤੋਂ ਮੈਡੀਸਿਨਸ ਖਾ ਰਹੇ ਹੁੰਦੇ ਨੇ ਉਹਨਾਂ ਦੀ ਕਿਉਂਕਿ ਪੇਨ ਕਿਲਰਸ ਈਜ਼ੀਲੀ ਅਵੇਲੇਬਲ ਨੇ ਮਾਰਕੀਟ ਦੇ ਵਿੱਚ, ਤੇ ਉਹ ਲੰਬੇ ਸਮੇਂ ਨਾਲ ਪੇਨ ਕਿਲਰ ਲੈਣ ਨਾਲ ਉਹ ਹੋਰ ਬਿਮਾਰੀਆਂ ਪੇਸ਼ੈਂਟ ਨੂੰ ਡਿਵੈਲਪ ਹੋ ਜਾਂਦੀਆਂ। ਜੀ ਜੀ, ਇਸ ਕਰਕੇ ਅਸੀਂ ਐਡਵਾਈਸ ਕਰਦੇ ਹਾਂ ਕਿਉਂਕਿ ਹੋਰ ਬਿਮਾਰੀਆਂ ਨਾ ਡਿਵੈਲਪ ਹੋਣ ਪੇਸ਼ੈਂਟ ਨੂੰ, ਤੇ ਇਸੇ ਲਈ ਇਹਦਾ ਇੱਕੋ ਹੀ ਇਲਾਜ ਹੈ ਸਰਜਰੀ। ਅਸੀਂ ਉਹੀ ਐਡਵਾਈਸ ਕਰਦੇ ਹਾਂ ਕਿਉਂਕਿ ਪੇਨ ਕਿਲਰ ਜਿਹੜੇ ਨੇ ਉਹਨਾਂ ਨਾਲ ਹੋਰ ਜ਼ਿਆਦਾ ਬਿਮਾਰੀਆਂ ਡਿਵੈਲਪ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ। ਕਿਡਨੀਜ਼, ਗੁਰਦੇ ਖਰਾਬ ਹੋ ਜਾਂਦੇ ਨੇ, ਪੇਟ ਦੇ ਵਿੱਚ ਅਲਸਰ ਬਣ ਜਾਂਦੇ ਨੇ, ਤੇ ਜੋ ਕਿ ਇਹਨਾਂ ਦਾ ਪਰਮਾਨੈਂਟ ਇਲਾਜ ਨਹੀਂ ਹੈ। ਤੇ ਡਾਕਟਰ ਸਾਹਿਬ, ਕੀ ਕੁਝ ਆਪਣੀ ਜਿਹੜੀ ਸੈਡੈਂਟਰੀ ਲਾਈਫ ਸਟਾਈਲ ਔਰ ਡਾਈਟਰੀ ਹੈਬਿਟਸ ਜਿਹੜੀਆਂ, ਖਾਣ ਪਾਣ ਜਿਹੜਾ ਸਾਡਾ, ਉਹ ਵੀ ਇੱਕ ਕਾਰਨ ਹੈ ਕਿ ਪਿੱਤੇ ਦੀ ਪੱਥਰੀਆਂ ਵਧਾਉਂਦੀਆਂ? ਦੇਖिए ਕੁਝ ਚੀਜ਼ਾਂ ਹਾਂਜੀ, ਇਹ ਡਾਈਟਰੀ ਲਾਈਫ ਸਟਾਈਲ ਜਾਂ ਇਹਦੇ ਬਹੁਤ ਸਾਰੇ ਕਾਰਨ ਹੈ ਜਿਹਦੇ ਕਰਕੇ ਪੱਥਰੀ ਬਣਨ ਦੇ ਚਾਂਸਸ ਹੁੰਦੇ ਨੇ। ਜਿਵੇਂ ਕਿ ਕਹਿ ਲਓ ਕਿ ਮੋਸਟ ਕਾਮਨ ਫੀਮੇਲਸ ਵਿੱਚ ਹੁੰਦਾ ਹੈ, 40 ਸਾਲ ਤੋਂ ਉੱਪਰ ਵਾਲੀ ਜਿਹੜੀਆਂ ਫੀਮੇਲਸ ਨੇ, ਜਾਂ ਪ੍ਰੈਗਨੈਂਸੀ ਨੀਅਰ ਅਬਾਊਟ ਰੀਪਰੋਡਕਟਿਵ ਏਜ ਦੇ ਵਿੱਚ ਜਿਹੜੀਆਂ ਵੀ ਫੀਮੇਲਸ ਨੇ ਉਹਨਾਂ ਨੂੰ ਹੁੰਦਾ ਹੈ, ਜਾਂ ਮਲਟੀਪਲ ਜਿਨ੍ਹਾਂ ਨੂੰ ਪ੍ਰੈਗਨੈਂਸੀਜ਼ ਹੋਈਆਂ ਹੋਣ ਉਹਨਾਂ ਨੂੰ ਹੋ ਸਕਦੇ ਸਟੋਨਸ।
ਕਿ ਕੁਝ ਜਿਹੜੀਆਂ ਲਿਥੋਜੈਨਿਕ ਬਾਇਲਸ ਹੁੰਦੀਆਂ, ਜਿੱਦਾਂ ਬਾਇਲ ਜਿਹਨੂੰ ਅਸੀਂ ਪਿੱਤ ਕਹਿੰਦੇ ਆ, ਉਹ ਲਿਥੋਜੈਨਿਕ ਹੁੰਦੀ, ਮੀਨਸ ਉਹਨਾਂ ਦੇ ਵਿੱਚ ਸਟੋਨ ਬਣਨ ਦੀ ਟੈਂਡੈਂਸੀ ਹੁੰਦੀ ਹੈ, ਕਿਉਂਕਿ ਉਹਦੇ ਵਿੱਚ ਮੰਨ ਲਓ ਇੱਕ ਕੋਲੈਸਟਰੋਲ ਦੇ ਸਟੋਨਸ ਬਣਦੇ ਆ। ਕੋਲੈਸਟਰੋਲ ਨੂੰ ਨਾਰਮਲੀ ਬਾਇਲ ਤੇ ਬਾਇਲ ਸਾਲਟਸ ਮਿਲ ਕੇ ਇੱਕ ਤਰਲ ਪਦਾਰਥ ਸਟੇਬਲ ਕਰਕੇ ਰੱਖਦੀ ਹੈ। ਅਗਰ ਜਦੋਂ ਉਹ ਮਾਤਰਾ ਉੱਪਰ ਨੀਚੇ ਹੋ ਜਾਂਦੀ ਹੈ ਤਾਂ ਸਟੋਨ ਬਣਨੇ ਬਾਡੀ 'ਚ ਸ਼ੁਰੂ ਹੋ ਜਾਂਦੇ ਨੇ। ਅੱਛਾ ਡਾਕਟਰ ਸਾਹਿਬ, ਜਿਹੜਾ ਲੈਪਰੋਸਕੋਪੀ ਸਰਜਰੀ ਇਹ ਕਿੰਨੀ ਦੇਰ 'ਚ ਬੰਦਾ ਜਿਹੜੀ ਪਿੱਤੇ ਦੀ ਜਿਹੜੀ ਹੈ ਉਹ ਠੀਕ ਹੋ ਜਾਂਦਾ, ਆਪਣੇ ਕੰਮ ਤੇ ਦੁਬਾਰਾ ਵਾਪਸ ਆ ਸਕਦਾ ਹੈ? ਹਾਂ, ਅੱਜ ਕੱਲ੍ਹ ਦੀ ਬਹੁਤ ਐਡਵਾਂਸਡ ਟੈਕਨੀਕ ਹੈ ਜੀ ਇਹ। ਦੇਖਿਆ ਜਾਵੇ ਤੇ ਜਿਸ ਦਿਨ ਲੈਪਰੋਸਕੋਪਿਕ ਸਰਜਰੀ ਅਸੀਂ ਕਰਦੇ ਹਾਂ ਪੇਸ਼ੈਂਟ ਦੀ, ਜਨਰਲੀ ਹਾਫ ਐਨ ਆਵਰ ਟੂ 40 ਮਿੰਟਸ ਦੀ ਸਰਜਰੀ ਹੁੰਦੀ ਹੈ, ਤੇ ਉਸ ਤੋਂ 3-4 ਘੰਟੇ ਬਾਅਦ ਦੀ ਸਰਜਰੀ ਤੋਂ ਬਾਅਦ ਹੀ ਅਸੀਂ ਖਾਣਾ ਪੀਣਾ ਪੇਸ਼ੈਂਟ ਦਾ ਓਰਲੀ ਸ਼ੁਰੂ ਕਰਵਾ ਦਿੰਦੇ ਹਾਂ। ਤੇ ਉਸੇ ਦਿਨ ਹੀ ਸ਼ਾਮ ਨੂੰ ਪੇਸ਼ੈਂਟ ਦਾ ਚੱਲਣਾ ਫਿਰਨਾ ਸ਼ੁਰੂ ਹੋ ਜਾਂਦਾ ਹੈ, ਤੇ ਸਾਡੀ ਟੈਂਡੈਂਸੀ ਹੁੰਦੀ ਹੈ ਕਿ ਅਗਲੇ ਦਿਨ ਅਸੀਂ ਉਹਨੂੰ ਨਾਰਮਲੀ ਡਿਸਚਾਰਜ ਕਰ ਦਈਏ, ਤਾਂ ਕਿ ਉਹ ਘਰ ਜਾ ਕੇ ਆਪਣੇ ਘਰ ਦੇ ਕੰਮਕਾਜ ਕਰ ਸਕਦੇ ਹਾਂ। ਡੇਲੀ ਰੂਟੀਨ ਵਰਕਸ ਉਹ ਉਸੇ ਦਿਨ ਸ਼ਾਮ ਨੂੰ ਹੀ ਜਾਂ ਅਗਲੇ ਦਿਨ ਸਵੇਰ ਤੋਂ ਸ਼ੁਰੂ ਕਰ ਦਿੰਦਾ ਹੈ, ਬਟ ਜਿਹੜੀ ਆਪਣੀ ਨੌਕਰੀ ਹੈ, ਟਰੈਵਲ ਹੈ, ਉਹ 1 ਹਫ਼ਤੇ ਬਾਅਦ ਜੁਆਇਨ ਕਰ ਸਕਦਾ ਹੈ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਕੋਈ ਸਪੈਸੀਫਿਕ ਏਜ ਗਰੁੱਪ ਹੋਵੇ ਜਾਂ ਲੇਡੀਜ਼ ਜ਼ਿਆਦਾ ਬਣਦਾ ਹੋਵੇ ਜਾਂ ਜੈਂਟਸ, ਕੋਈ ਹੈ ਇਸ ਤਰ੍ਹਾਂ ਦੀ ਵੀ ਕੋਈ ਸਟੱਡੀ ਦੀ? ਜੋ ਸਟੱਡੀਜ਼ ਹੈ ਉਹ ਇਹੀ ਕਹਿੰਦੀਆਂ ਕਿ ਜਿਹੜੀਆਂ ਮੰਨ ਲਓ ਫੀਮੇਲਸ ਇੱਕ ਕਾਮਨ ਫੈਕਟਰ ਹੈ ਜਿਨ੍ਹਾਂ 'ਚ ਜ਼ਿਆਦਾ ਹੁੰਦਾ ਹੈ, ਮੀਨਸ ਅਬਵ 40 ਏਜ ਜੀ ਫੈਕਟਰ ਹੁੰਦਾ ਜਿਨ੍ਹਾਂ 'ਚ ਜ਼ਿਆਦਾ ਹੋ ਸਕਦਾ ਹੈ, ਬਟ ਇਹ ਮੇਲ 'ਚ ਵੀ ਬਹੁਤ ਕਾਮਨ ਹੈ ਅੱਜ ਦੀ ਡੇਟ ਵਿੱਚ। ਤੇ ਇੱਕ ਫਿਕਸਡ ਕ੍ਰਾਈਟੇਰੀਆ ਨਹੀਂ ਹੈ ਕਿ ਜਿਹਨੂੰ ਅਸੀਂ ਟੈਲੀ ਕਰ ਸਕੀਏ ਕਿ ਇਹ ਫੀਮੇਲ ਦੇ ਵਿੱਚ ਹੀ ਹੋਣਾ ਹੈ, ਬਟ ਅਕੋਰਡਿੰਗ ਟੂ ਸਟੱਡੀਜ਼ more common in females above 40 ਏਜ। ਮਤਲਬ ਕੋਈ ਏਜ ਗਰੁੱਪ ਨਹੀਂ, ਬੱਚਿਆਂ 'ਚ ਹੋਣਾ ਜਾਂ ਇਹ ਕਿਸੇ ਵਿੱਚ ਵੀ ਹੋ ਸਕਦਾ ਹੈ, ਕਿਸੇ 'ਚ ਵੀ ਹੋ ਸਕਦਾ ਹੈ। ਤੇ ਡਾਕਟਰ ਸਾਹਿਬ, ਇਹਦਾ ਬੇਸਿਕਲੀ ਇਹਦਾ ਇਲਾਜ ਜਿਵੇਂ ਤੁਸੀਂ ਦੱਸਿਆ ਸਰਜਰੀ ਹੈ, ਮਤਲਬ ਚਾਹੇ ਇੱਕ ਪੱਥਰੀ ਹੈ ਚਾਹੇ ਮਲਟੀਪਲ ਸਟੋਨ ਹੈ, ਇਹਦੇ ਵਾਸਤੇ ਕਰਨਾ ਕੀ ਚਾਹੀਦਾ ਪੇਸ਼ੈਂਟ ਨੂੰ? ਕਿੰਨੀ ਦੇਰ ਬਾਅਦ ਦੇਖੋ ਕੋਈ ਸਿੰਪਟਮਸ ਆਉਂਦੇ ਤੇ ਆਪਣੇ ਕੋਲ ਚੈੱਕਅਪ ਕਰਾਉਣਾ ਚਾਹੀਦਾ, ਜਿਵੇਂ ਅਲਟਰਾਸਾਊਂਡ ਕਰਾਉਣਾ, ਜਿਵੇਂ ਕਿਸ ਤਰ੍ਹਾਂ ਪੇਸ਼ੈਂਟ ਨੂੰ ਅਸੀਂ ਕੀ ਕਹਿਣਾ ਸਮਝਾਈਏ ਜੇ ਆਸਾਨ ਲਫ਼ਜ਼ਾਂ 'ਚ, ਤੇ ਕਿਸ ਤਰ੍ਹਾਂ ਸਮਝਾ ਸਕਦੇ ਹਾਂ? ਹਾਂਜੀ, ਇਹਦੇ 'ਚ ਅਸੀਂ ਦੇਖੀਏ ਜਦੋਂ ਵੀ ਪੇਸ਼ੈਂਟ ਨੂੰ ਕੋਈ ਵੀ ਲੱਛਣ ਆਉਂਦੇ ਨੇ, ਪੇਸ਼ੈਂਟ ਇੱਕ ਵਾਰੀ ਹਸਪੀਟਲ ਆਉਂਦਾ ਹੈ, ਉਹ ਆਪਣੀਆਂ ਜਾਂਚਾਂ ਕਰਵਾਉਂਦਾ ਹੈ, ਕੁਝ ਬਲੱਡ ਟੈਸਟ ਹੁੰਦੇ ਨੇ ਜਾਂ ਕੁਝ ਇਨਵੈਸਟੀਗੇਸ਼ਨਸ ਹੁੰਦੇ ਨੇ, ਅਲਟਰਾਸਾਊਂਡ ਹੁੰਦੇ ਨੇ, ਉਹ ਕਰਵਾਉਂਦਾ ਹੈ ਪੇਸ਼ੈਂਟ। ਮੰਨ ਲਓ ਜਦੋਂ ਵੀ ਪੇਸ਼ੈਂਟ ਨੂੰ ਅਲਟਰਾਸਾਊਂਡ ਦੇ ਵਿੱਚ ਜਾਂ ਪਤਾ ਚੱਲਦਾ ਹੈ ਕਿ ਪਿੱਤੇ ਦੀ ਥੈਲੀ 'ਚ ਸਟੋਨਸ ਹੈਗੇ ਹੈ, ਤੇ ਉਹਦੇ ਲਈ ਫਿਰ 2 ਤਰੀਕੇ ਦੇ ਇਲਾਜ ਨੇ। ਜਾਂ ਇੱਕ ਤਾਂ ਕਨਵੈਨਸ਼ਨਲ ਮੈਥਡ ਹੈ ਜੀ, ਓਪਨ ਪ੍ਰੋਸੀਜਰ ਸੀਗਾ ਜਿਹੜਾ ਅਸੀਂ ਪਹਿਲਾਂ ਕਰਦੇ ਸੀ, ਅੱਜ ਕੱਲ੍ਹ ਦੀ ਡੇਟ ਵਿੱਚ ਲੈਪਰੋਸਕੋਪਿਕ ਟ੍ਰੀਟਮੈਂਟ ਹੈ ਜਿਹੜਾ ਅੱਜ ਦੀ ਡੇਟ 'ਚ ਹੀ ਕਰਦੇ ਹਾਂ। ਤੇ ਇਹ ਸਾਰੀਆਂ ਜਾਂਚਾਂ ਕਰਵਾਉਣ ਤੋਂ ਬਾਅਦ ਇੱਕ ਫਾਈਨਲੀ ਪਲਾਨ ਕਰਕੇ ਸਰਜਰੀ ਕਰਵਾਉਣ ਦਾ ਹੀ ਮੌਕਾ ਮਿਲਣਾ ਚਾਹੀਦਾ ਜਦੋਂ ਵੀ ਪੇਸ਼ੈਂਟ ਨੂੰ ਸੂਟੇਬਲ ਹੋਵੇ। ਐਮਰਜੈਂਸੀ ਵਿੱਚ ਲੈਂਡ ਕਰਨ ਦਾ, ਐਮਰਜੈਂਸੀ ਵਿੱਚ ਪਹੁੰਚਣ ਦਾ ਕੋਈ ਫਾਇਦਾ ਨਹੀਂ, ਉਹਦੇ ਨਾਲ ਸਿਰਫ ਕੰਪਲਿਕੇਸ਼ਨਸ ਹੀ ਆਉਂਦੀਆਂ। ਇਸੇ ਕਰਕੇ ਇਹ ਸਰਜਰੀ ਨੂੰ ਹਮੇਸ਼ਾ ਪਲਾਨ ਕਰਕੇ ਹੀ ਕਰਵਾਉਣਾ ਚਾਹੀਦਾ ਹੈ। ਅੱਛਾ ਡਾਕਟਰ ਸਾਹਿਬ, ਇਸ ਤਰ੍ਹਾਂ ਦੇ ਕਈ ਕੇਸਿਸ ਤੁਸੀਂ ਵੀ ਦੇਖੇ ਹੋਣੇ ਵੀ ਕਿ ਜੇ ਸਮੇਂ ਨਾਲ ਆਪਾਂ ਇਲਾਜ ਨਹੀਂ ਕਰਾਉਂਦੇ, ਪਿੱਤਾ ਗਲ ਜਾਂਦਾ ਹੈ ਤੇ ਜਾਂ ਪਿੱਤਾ ਫਟਣ ਦੇ ਇਸ ਤਰ੍ਹਾਂ ਦੇ ਕੇਸਿਸ ਹੁੰਦੇ ਜਿਹਦੇ ਨਾਲ ਮਰੀਜ਼ ਦੀ ਜਾਨ ਜਾ ਸਕਦੀ ਹੈ। ਹਾਂਜੀ ਬਿਲਕੁਲ ਜੀ, ਇਹ ਵੀ ਇੱਕ ਬਹੁਤ ਸਵੀਅਰ ਕੰਪਲਿਕੇਸ਼ਨ ਹੈ ਜੀ। ਇਸ ਕਰਕੇ ਇਹ ਬਹੁਤ ਘੱਟ ਹੁੰਦੀ ਹੈ, ਬਟ ਇਹ ਹੁੰਦੀ ਜ਼ਰੂਰ ਹੈ ਕਿ ਜਿਹੜੇ ਪੇਸ਼ੈਂਟਸ ਇਗਨੋਰ ਕਰਦੇ ਆ ਲੰਬੇ ਸਮੇਂ ਤੱਕ, ਉਹਨਾਂ ਦੇ ਵਿੱਚ ਸਟੋਨਸ ਜਿਹੜਾ ਹੈ ਗੋਲ ਬਲੈਡਰ ਦੀ ਨੈਕ 'ਚ ਫਸ ਜਾਂਦਾ ਹੈ, ਤੇ ਜਿਹਦੇ ਕਰਕੇ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਕਿਸੇ ਵੇਲੇ। ਜਦੋਂ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਦੇ 'ਚ ਫਟਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ, ਤੇ ਇੱਕ ਉਹ ਬਹੁਤ ਵੱਡੀ ਐਮਰਜੈਂਸੀ ਬਣ ਜਾਂਦੀ ਹੈ ਜਿਹਦੇ 'ਚ ਪੇਸ਼ੈਂਟ ਦੀ ਜਾਨ ਨੂੰ ਵੀ ਰਿਸਕ ਆ ਜਾਂਦਾ ਹੈ। ਅੱਛਾ ਡਾਕਟਰ ਸਾਹਿਬ, ਪਿੱਤੇ ਦਾ ਸਾਡੀ ਬਾਡੀ 'ਚ ਬੇਸਿਕਲੀ ਕੰਮ ਕੀ ਹੈ? ਇਹਦੇ ਨਾਲ ਹੀ ਮੇਰਾ ਸਵਾਲ ਹੈ ਵੀ ਜਦੋਂ ਪਿੱਤਾ ਰਿਮੂਵ ਕਰ ਦਿੰਦੇ ਆ ਤੇ ਬਾਡੀ ਤੇ ਜਾਂ ਡੇਲੀ ਐਕਟੀਵਿਟੀਜ਼ ਤੇ ਜਾਂ ਉਹਦੇ ਖਾਣ ਪਾਨ ਤੇ ਰੋਜ਼ਮर्रा ਦੀ ਜ਼ਿੰਦਗੀ ਤੇ ਪੇਸ਼ੈਂਟ ਦੇ ਕੀ ਅਸਰ ਪੈਂਦਾ ਹੈ? ਹਾਂਜੀ, ਇਹ ਇੱਕ ਬਹੁਤ ਹੀ ਵਧੀਆ ਕੁਐਸਚਨ ਹੈ ਜੀ, ਕਿਉਂਕਿ ਇਹਦੀ ਬਹੁਤ ਲੋਕਾਂ ਨੂੰ ਇੱਕ ਗਲਤਫਹਿਮੀ ਹੈ। ਉਹ ਇੱਕ ਇੱਦਾਂ ਹੈ ਕਿ ਜਿੱਦਾਂ ਹੁਣ ਪਿੱਤੇ ਦਾ ਕੰਮ ਹੁੰਦਾ ਸਟੋਰੇਜ ਦਾ, ਜਿਹੜਾ ਪਿੱਤ ਬੰਦਾ ਆ ਪੀਲੀਏ ਦੇ ਵਿੱਚ, ਲਿਵਰ ਦੇ ਵਿੱਚ, ਉਹ ਗੋਲ ਬਲੈਡਰ ਦੇ ਵਿੱਚ ਸਟੋਰ ਹੁੰਦਾ ਹੈ, ਤੇ ਜਦੋਂ ਤੱਕ ਸਟੋਨਸ ਨਹੀਂ ਬਣਦੇ ਉਦੋਂ ਤੱਕ ਗੋਲ ਬਲੈਡਰ ਦਾ ਫੰਕਸ਼ਨ ਬਾਡੀ 'ਚ ਨਾਰਮਲ ਰਹਿੰਦਾ ਹੈ। ਜਦੋਂ ਸਟੋਨਸ ਬਣ ਜਾਂਦੇ ਹੈ, ਗੋਲ ਬਲੈਡਰ ਦਾ, ਪਿੱਤੇ ਦਾ ਬਾਡੀ 'ਚ ਫੰਕਸ਼ਨ ਖਤਮ ਹੋ ਜਾਂਦਾ ਹੈ। ਉਹ ਜਿਹੜੀ ਪਿੱਤ ਸਟੋਰ ਹੁੰਦੀ ਹੈ ਉਹ ਡਾਇਰੈਕਟ ਹੀ ਲਿਵਰ ਤੋਂ ਨੀਚੇ ਜਾਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਜਦੋਂ ਸਰਜਰੀ ਅਸੀਂ ਕਰਦੇ ਹਾਂ, ਇਹਦੇ ਵਿੱਚ ਗੋਲ ਬਲੈਡਰ ਹੀ ਰਿਮੂਵ ਕੀਤਾ ਜਾਂਦਾ ਹੈ, ਤੇ ਗੋਲ ਬਲੈਡਰ ਨੂੰ ਰਿਮੂਵ ਕਰਨ ਤੋਂ ਬਾਅਦ ਬੰਦਿਆਂ ਦੀ ਡਾਈਜੈਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਉਹ ਨੋਰਮਲ ਜਿਵੇਂ ਪਹਿਲੇ ਹੁੰਦੀ ਹੈ ਸਰਜਰੀ ਤੋਂ ਪਹਿਲਾਂ, ਉਹ ਉਵੇਂ ਹੀ ਰਹਿੰਦੀ ਹੈ। ਐਵਰੀਵਨ, ਸਾਰੇ ਪੇਸ਼ੈਂਟਸ ਸਭ ਕੁਝ ਖਾ ਸਕਦੇ ਹੈ,
ਵਿਦ ਪੈਸੇਜ ਆਫ ਟਾਈਮ ਕੁਝ ਟਾਈਮ ਦੇ ਬਾਅਦ ਨਾਰਮਲ ਡਾਈਟ ਪੈਟਰਨ ਸ਼ੁਰੂ ਹੋ ਜਾਂਦਾ ਹੈ। ਤੇ ਡਾਕਟਰ ਸਾਹਿਬ ਅੱਜ ਵੀ ਲੋਕ ਆਪਣੀ ਸਿਹਤ ਦੇ ਪ੍ਰਤੀ ਸਜਗ ਨਹੀਂ ਹੈ, ਕਿੰਨਾ ਸੱਚ ਹੈ ਉਹ ਕਿ ਜਿਵੇਂ ਕਿਹਾ ਜਾਂਦਾ ਵੀ ਅੱਜ ਕੱਲ੍ਹ ਬਹੁਤ ਟ੍ਰੈਂਡ ਬਣ ਗਿਆ, ਸਾਰੀ ਉਮਰ ਪੈਸੇ ਪਿੱਛੇ ਭੱਜਦਾ ਹੈ, ਸਿਹਤ ਗਵਾ ਲੈਂਦਾ ਹੈ, ਫਿਰ ਉਸੇ ਸਿਹਤ ਪਾਉਣ ਵਾਸਤੇ ਪੈਸਾ ਖਰਚ ਕਰਦਾ ਹੈ। ਬਿਲਕੁਲ ਇਹ ਬਹੁਤ ਹੀ ਇਹ ਇੱਕ ਕਹਿ ਸਕਦੇ ਹਾਂ ਕਿ ਇੱਕ ਇਗਨੋਰੈਂਸ ਹੈ ਕਿ ਪੇਸ਼ੈਂਟਸ ਜਿਹੜੇ ਨੇ ਇੱਕ ਬਿਮਾਰੀ ਐਸੀ ਹੈ ਜਿਹਨੂੰ ਲੈ ਕੇ ਆਉਣਾ ਚਾਹੀਦਾ ਅੱਗੇ ਫਰੰਟ ਤੇ, ਉਹਨੂੰ ਕੰਸੀਲ ਕਰਕੇ ਜਾਂ ਕਿ ਟਾਈਮ ਆਏਗਾ ਜਾਂ ਐਮਰਜੈਂਸੀ ਆਏਗੀ ਉਦੋਂ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਜਸਟ ਫॉर द ਸੇਕ ਆਫ ਮਨੀ ਕਿ ਜਾਂ ਅਸੀਂ ਬਾਅਦ ਵਿੱਚ ਕਰਵਾਵਾਂਗੇ। ਪਰ ਇਸ ਦੇ ਨਾਲ ਰਿਸਕਸ ਬਹੁਤ ਐਸੋਸੀਏਟਡ ਹੈ, ਵੱਡਾ ਤੁਹਾਡੀ ਜਾਨ ਦਾ ਰਿਸਕ ਹੈ ਜੋ ਕਿ ਤੁਹਾਡੀ ਪੈਸੇ ਦੀ ਅਹਿਮੀਅਤ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਡਾਕਟਰ ਸਾਹਿਬ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਲੋਕਾਂ ਨੂੰ? ਮੇਰਾ ਮੈਸੇਜ ਇਹੀ ਹੈ ਜੀ, ਜਿਵੇਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਇਹੋ ਜਿਹੇ ਲੱਛਣ ਆਉਣ, ਇਹੋ ਜਿਹੀ ਪਰੇਸ਼ਾਨੀ ਆਵੇ ਤਾਂ ਤੁਸੀਂ ਉਹਨੂੰ ਇੱਕ ਵਾਰੀ ਡਾਕਟਰ ਆਪਣੀ ਜਿਹੜੇ ਵੀ ਡਾਕਟਰ ਤੋਂ ਤੁਸੀਂ ਇਲਾਜ ਲੈ ਰਹੇ ਹੋ ਤੁਸੀਂ ਉਹਨਾਂ ਕੋਲ ਜਾਓ ਤੇ ਆਪਣਾ ਚੰਗੀ ਤਰੀਕੇ ਨਾਲ ਇਲਾਜ ਕਰਵਾਓ। ਡਾਕਟਰ ਸਾਹਿਬ ਪਾਣੀ ਜ਼ਿਆਦਾ ਪੀਣਾ ਉਹ ਕੋਈ ਇਹਦੀ ਪਿੱਤਰੇ ਦੀ ਪੱਥਰੀ ਘਟਾਉਂਦਾ ਹੈ? ਮਤਲਬ ਸਵਾਲ ਕਹੀਏ ਜਿਹੜੇ ਦਿਮਾਗ 'ਚ ਆਉਂਦੇ ਮੈਂ ਪੁੱਛਣਾ ਜੀ। ਨਹੀਂ ਜੀ, ਇਹ ਮਿਸਕਨਸੈਪਸ਼ਨਸ ਐਸੋਸੀਏਟਡ ਨੇ ਇਹਦੇ ਟ੍ਰੀਟਮੈਂਟ ਦੇ ਨਾਲ, ਕਿਉਂਕਿ ਇਹ ਸਭ ਲੋਕਾਂ ਨੇ ਟ੍ਰੀਟਮੈਂਟ ਆਪਸ਼ਨਸ ਬਣਾਈਆਂ ਹੋਈਆਂ ਨੇ ਕਿ ਇਹਦੀ ਸਰਜਰੀ ਨਾ ਹੋਵੇ, ਆਪਣੇ ਆਪ ਨੂੰ ਤਸੱਲੀ ਦੇਣ ਲਈ ਬਣਾਏ ਹੋਏ ਆ, ਬਟ ਅਦਰਵਾਈਜ਼ ਦੇਰ ਇਜ਼ ਕਿਉਂਕਿ ਇਹਦਾ ਕੋਈ ਪਾਣੀ ਨਾਲ ਕਨੈਕਸ਼ਨ ਨਹੀਂ ਹੈ। ਮਤਲਬ ਇਹਦੀ ਸਿੰਪਲ ਹੈ ਵੀ ਇੱਕੋ ਹੀ ਇਲਾਜ ਹੈ, ਗਾਲ ਬਲੈਡਰ 'ਚ ਜੇ ਪੱਥਰੀ ਹੋ ਗਈ ਤੇ ਉਹਦਾ इलाज सिर्फ तो सिर्फ गाल ब्लैडर नो रिमूव करना है। धन्यवाद हमारे साथ बात करने के लिए। ये थे डॉक्टर आशु बनाल हैं, लेप्रोस्कोपिक सर्जन है। किस तरह से इन्होंने बताया कि पित्ते में जो पथरी होती है तो उसका केवल इलाज है उसकी सर्जरी। अगर आप उसकी सर्जरी नहीं करवाते हैं तो ये आपके लिए खतरनाक हो सकता है, इसमें आपकी जान भी जा सकती है। पैंक्रेटाइटिस की उन्होंने बात की है, एक ही स्टोन था, मैं उसकी आपको एग्जांपल देना चाहता हूँ। मेरे मदर के साथ खुद हुआ था, हमने कुछ समय के लिए सर्जरी डिले कर ली लेकिन बाद में उन्हें पैंक्रेटाइटिस हो गया। जो इलाज उनका एक दिन में हो सकता था उसके लिए हमें 15 दिनों तक मुश्किलात का सामना करना पड़ा। इसलिए अपनी सेहत का ख्याल रखें। पैसा जिंदगी के लिए ज़रूरी है लेकिन पैसा आपके तभी काम आएगा अगर आपकी सेहत अच्छी है। अमृतसर से D4 न्यूज़ के लिए दीपक भंडारी की खास रिपोर्ट।